ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪ੍ਰੋਗਰਾਮ ਵੀਕਲੀ ਇਮੀਗ੍ਰੇਸ਼ਨ ਅਪਡੇਟ। H4 ਵੀਜ਼ਾ ਧਾਰਕਾਂ ਲਈ ਚੰਗੀ ਖਬਰ, ਅਮਰੀਕਾ 'ਚ ਕੰਮ ਕਰਨ ਦਾ ਅਧਿਕਾਰ ਦੇਣ ਲਈ ਬਿੱਲ ਪੇਸ਼। ਅਮਰੀਕਾ ਮੈਕਸੀਕੋ ਸਰਹੱਦ ਤੇ ਸ਼ਰਨ ਚਾਉਣ ਵਾਲਿਆਂ ਲਈ ਖਤਮ ਹੋਣਗੀਆਂ ਪਾਬੰਦੀਆਂ। ਕਿਰਤੀਆਂ ਦੀ ਥੁੜ ਤੋਂ ਪਰੇਸ਼ਾਨ ਕੈਨੇਡਾ ਨੇ ਖੋਲ ਦਿੱਤੇ ਦਰਵਾਜ਼ੇ। ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ, ਲਗਾਤਾਰ ਵੱਧ ਰਹੀ ਵਿਦਿਆਰਥੀਆਂ ਦੀ ਗਿਣਤੀ। ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ਵਾਕ ਐਂਡ ਹੌਲੀਡੇ ਵੀਜ਼ਾ ਨੂੰ ਮਨਜ਼ੂਰੀ। ਵੈਨਕੂਵਰ ਤੋਂ ਦਿੱਲੀ ਦੀਆਂ 에ਅਰ ਕੈਨੇਡਾ ਫਲਾਈਟਸ ਹੋਈਆਂ ਬੰਦ। ਆਸਟ੍ਰੇਲੀਆ ਨਾਲ ਫਾਰਮ ਵੀਜ਼ਾ ਸੰਭਵ, ਡੂਅਲ ਡਿਗਰੀ ਤੇ ਜਲਦੀ ਬਣੇਗੀ ਸਹਿਮਤੀ। ਆਸਟ੍ਰੇਲੀਆ ਖੋਲ ਸਕਦਾ ਹੈ ਦਰਵਾਜ਼ੇ। ਕੈਨੇਡਾ ਦੇ ਨਾਗਰਿਕ ਬਣਨ ਲਈ ਤਰਸ ਰਹੇ ਨੇ ਲੱਖਾਂ ਲੋਕ। ਤੇ ਜਿੱਥੇ ਤਰਸ ਰਹੇ ਨੇ ਲੱਖਾਂ ਲੋਕ, ਉੱਥੇ ਕੈਨੇਡਾ 'ਚ 3 ਮਹੀਨਿਆਂ ਦੌਰਾਨ ਪੱਕੇ ਵੀ ਹੋਏ 1 ਲੱਖ ਤੋਂ ਵੱਧ ਵਿਦੇਸ਼ੀ। ਲੁਧਿਆਣਾ ਨੇੜੇ ਹਲਵਾਰਾ ਹਵਾਈ ਅੱਡੇ ਤੋਂ ਅਗਲੇ ਸਾਲ ਸ਼ੁਰੂ ਹੋਣਗੀਆਂ ਉਡਾਣਾਂ। ਕੈਨੇਡਾ ਦਾ ਪਾਸਪੋਰਟ ਨਿਵਿਆਉਣਾ ਹੋਇਆ ਸੌਖਾ। ਭਾਰਤੀ ਵਿਦਿਆਰਥੀਆਂ ਲਈ ਖਾਸ ਖਬਰ, ਮੁੜ ਖੁੱਲੇ ਕੈਨੇਡਾ 'ਚ ਬੰਦ ਪਏ ਕਾਲਜ। ਪ੍ਰੋਗਰਾਮ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕੀ ਕਾਂਗਰਸ ਦੀਆਂ 2 ਔਰਤਾਂ ਕੈਰੋਲਿਨ ਬਾਰਡੂ ਅਤੇ ਮਾਰੀਆ ਅਲਵੇਰਾ ਸਲਾਜ਼ਰ ਨੇ ਵੀਰਵਾਰ ਨੂੰ ਪ੍ਰਤੀਨਿਧੀ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦਾ ਉਦੇਸ਼ H4 ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਦਾ ਆਟੋਮੈਟਿਕ ਅਧਿਕਾਰ ਦੇਣਾ ਹੈ। ਦੋਵਾਂ ਸੰਸਦ ਮੈਂਬਰਾਂ ਨੇ ਕਾਨੂੰਨ ਪੇਸ਼ ਕਰਦੇ ਹੋਏ ਕਿਹਾ ਕਿ ਇਸ ਦਾ ਉਦੇਸ਼ ਅਮਰੀਕੀ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਦੇਸ਼ਾਂ ਵਿੱਚ ਕਾਮਿਆਂ ਦੀ ਘਾਟ ਨੂੰ ਹੱਲ ਕਰਨਾ ਅਤੇ ਪ੍ਰਵਾਸੀ ਪਰਿਵਾਰਾਂ ਨੂੰ ਇਕੱਠੇ ਵਧਣ ਫੁੱਲਣ ਵਿੱਚ ਮਦਦ ਕਰਨਾ ਹੈ। H4 ਵੀਜ਼ਾ ਨਿਰਭਰ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ H1B, H2A, H2B ਅਤੇ H3 ਵੀਜ਼ਾ ਧਾਰਕਾਂ ਦੇ ਨਾਲ ਅਮਰੀਕਾ ਜਾਂਦੇ ਨੇ। ਬਹੁਤ ਸਾਰੇ H4 ਵੀਜ਼ਾ ਧਾਰਕ ਉੱਚ ਹੁਨਰਮੰਦ ਲੋਕ ਹੁੰਦੇ ਨੇ। ਕਾਂਗਰਸ ਵੂਮੈਨ ਕੈਰੋਲਿਨ ਬਾਰਡੂ ਅਤੇ ਮਾਰੀਆ ਐਲਵੀਰਾ ਸਲਾਜ਼ਰ ਦੁਆਰਾ ਪੇਸ਼ ਕੀਤਾ ਗਿਆ H4 ਵਰਕ ਅਥੋਰਾਈਜ਼ੇਸ਼ਨ ਐਕਟ ਮੌਜੂਦਾ ਕਾਨੂੰਨ ਨੂੰ ਬਦਲਣ ਅਤੇ H1B ਵੀਜ਼ਾ ਧਾਰਕ ਪ੍ਰਵਾਸੀਆਂ ਦੇ ਜੀਵਨ ਸਾਥੀਆਂ ਨੂੰ ਉਹਨਾਂ ਦਾ H4 ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਕੰਮ ਕਰਨ ਦਾ ਆਟੋਮੈਟਿਕ ਅਧਿਕਾਰ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਵੀਜ਼ਾ ਧਾਰਕਾਂ ਲਈ ਫਾਰਮ I-765 ਇੱਕ ਰੋਜ਼ਗਾਰ ਅਧਿਕਾਰ ਦਸਤਾਵੇਜ਼ ਲਈ ਅਰਜ਼ੀ ਦੇਣ ਦੀ ਲੋੜ ਖਤਮ ਹੋ ਜਾਏਗੀ। ਉਹਨਾਂ ਨੇ ਕਿਹਾ ਕਿ ਹਾਲੇ ਉੱਚ ਹੁਨਰਮੰਦ ਪ੍ਰਵਾਸੀਆਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਕਈ ਸਾਲਾਂ ਦੀ ਨੌਕਰਸ਼ਾਹੀ, ਲਾਲ ਫੀਤਾਸ਼ਾਹੀ ਦੁਆਰਾ ਜੂਝਣਾ ਪੈਂਦਾ ਹੈ। ਉਹਨਾਂ ਮੁਤਾਬਕ ਇਹ ਬਿੱਲ ਇਹਨਾਂ ਬੇਲੋੜੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਰਿਵਾਰ ਇਕੱਠੇ ਯੋਗਦਾਨ ਪਾ ਸਕਣ ਅਤੇ ਖੁਸ਼ਹਾਲ ਹੋ ਸਕਣ। ਸਲਾਜ਼ਰ ਨੇ ਕਿਹਾ ਕਿ ਇਹ ਨੀਤੀ ਅਮਰੀਕਾ ਨੂੰ ਆਪਣੀ ਉਦਮੀ ਭਾਵਨਾ ਨੂੰ ਵਧਾਉਣ ਅਤੇ ਲੇਬਰ ਮਾਰਕੀਟ ਦੀਆਂ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਕੇ ਨੌਕਰੀਆਂ ਦੀ ਸਿਰਜਣਾ, ਨਵੀਨਤਾ, ਖੋਜ ਅਤੇ ਵਿਕਾਸ ਅਤੇ ਆਰਥਿਕ ਵਿਕਾਸ ਵਿੱਚ ਮੋਹਰੀ ਰਹਿਣ ਵਿੱਚ ਸਹਾਇਤਾ ਕਰੇਗੀ। ਵਰਤਮਾਨ ਵਿੱਚ H4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਲਈ ਅਧਿਕਾਰ ਹਾਸਲ ਕਰਨ ਲਈ ਅਰਜ਼ੀ ਦੇਣੀ ਪੈਂਦੀ ਹੈ ਅਤੇ ਕੰਮ ਕਰਨ ਤੋਂ ਪਹਿਲਾਂ ਇਸ ਦੀ ਪ੍ਰਕਿਰਿਆ ਹੋਣ ਦੀ ਉਡੀਕ ਕਰਨੀ ਪੈਂਦੀ ਹੈ, ਭਾਵੇਂ ਉਹ ਪਹਿਲਾਂ ਹੀ ਅਮਰੀਕਾ ਵਿੱਚ ਨੇ ਅਤੇ ਉਹਨਾਂ ਦਾ ਜੀਵਨ ਸਾਥੀ ਇੱਥੇ ਕੰਮ ਕਰ ਰਿਹਾ ਹੈ। ਯੂਨਾਈਟਿਡ ਸਟੇਟ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਿੱਚ ਬੈਕਲੌਗ ਕਾਰਨ ਅਰਜ਼ੀਆਂ ਵਿੱਚ 6 ਤੋਂ 8 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਕੁਝ ਅਰਜ਼ੀਆਂ ਨੂੰ ਮਨਜ਼ੂਰੀ ਵਿੱਚ 1 ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਬਿੱਲ ਜਿਸ ਨੂੰ ਨੈਸ਼ਨਲ ਇਮੀਗ੍ਰੇਸ਼ਨ ਫਾਰਮ ਅਤੇ ਯੂਨੀਡੋਸ ਯੂਜ਼ ਦੁਆਰਾ ਸਮਰਥਨ ਦਿੱਤਾ ਗਿਆ ਹੈ, ਉਮੀਦ ਕਰਦਾ ਹੈ ਕਿ ਅਮਰੀਕਾ ਦੇ ਲੇਬਰ ਅੰਤਰ ਨੂੰ ਭਰਨ ਵਿੱਚ ਅਤੇ ਇਹਨਾਂ ਵੀਜ਼ਾ ਧਾਰਕਾਂ ਨੂੰ ਜਲਦੀ ਕੰਮ ਕਰਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਦੀ ਆਗਿਆ ਦਿੱਤੀ ਜਾਏਗੀ। ਇੱਕ ਅਮਰੀਕੀ ਰਾਸ਼ਟਰਪਤੀ ਨੇ ਅਮਰੀਕਾ ਮੈਕਸੀਕੋ ਦੀ ਸਰਹੱਦ ਤੇ ਸ਼ਰਨ ਚਾਉਣ ਵਾਲਿਆਂ ਤੇ ਜਨਤਕ ਸਿਹਤ ਦੇ ਆਧਾਰ ਤੇ ਪਾਬੰਦੀਆਂ ਲਾਈਆਂ ਸਨ ਜੋ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਪਾਬੰਦੀਸ਼ੁਦਾ ਕਰਨਾ ਚਾਹੁੰਦੇ ਸੀ, ਪਰ ਹੁਣ ਇਸ ਨਾਲ ਹੀ ਦੂਜੇ ਰਾਸ਼ਟਰਪਤੀ ਦੁਆਰਾ ਖਤਮ ਕੀਤਾ ਜਾਏਗਾ ਜੋ ਪ੍ਰਵਾਸੀਆਂ ਦਾ ਸਵਾਗਤ ਕਰਨ ਲਈ ਆਪਣੀ ਹੀ ਪਾਰਟੀ ਦੇ ਅੰਦਰੋਂ ਵੱਧਦੇ ਦਬਾਅ ਦਾ ਸਾਹਮਣਾ ਕਰ ਰਹੇ ਨੇ। ਰਾਸ਼ਟਰਪਤੀ ਜੋ ਬਾਈਡਨ ਲਈ ਅੱਗੇ ਦਾ ਰਸਤਾ ਨਿਰਵਿਘਨ ਨਹੀਂ ਹੈ। 23 ਮਈ ਨੂੰ ਪਾਬੰਦੀਆਂ ਖਤਮ ਹੋਣ ਦੇ ਨਾਲ ਹੀ ਉਹਨਾਂ ਨੂੰ ਸਰਹੱਦ ਪਾਰ ਪ੍ਰਵਾਸ ਵਿੱਚ ਸੰਭਾਵਤ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪ੍ਰਵਾਸੀਆਂ ਦੀ ਵੱਡੀ ਗਿਣਤੀ ਆਮਦ ਨੂੰ ਪਾਬੰਦੀਸ਼ੁਦਾ ਕਰਨ ਵਿੱਚ ਅਸਮਰਥ ਹੈ ਅਤੇ 17 ਲੱਖ ਤੋਂ ਜ਼ਿਆਦਾ ਸ਼ਰਨ ਮਾਮਲਿਆਂ ਵਿੱਚ ਬੈਕਲੌਗ ਵਿੱਚ ਫਸਿਆ ਹੈ। ਰਿਪਬਲਿਕਨ ਤੋਂ ਪਹਿਲਾਂ ਹੀ ਅਸਥਾਈ ਸਰਹੱਦ ਸੁਵਿਧਾਵਾਂ ਵਿੱਚ ਫਸੇ ਹਜ਼ਾਰਾਂ ਲੋਕਾਂ ਲਈ ਬਾਈਡਨ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਨੇ ਤਾਂ ਕਿ ਇਸ ਨਾਲ ਉਹਨਾਂ ਦਾ ਅਕਸ ਖਰਾਬ ਹੋਵੇ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਸ਼ਰਨ ਤੇ ਅਗਲੇ ਮਹੀਨੇ ਤੋਂ ਪਾਬੰਦੀ ਹਟਾ ਲਏਗਾ ਕਿ ਡੈਮੋਕ੍ਰੇਟ ਨੇਤਾ ਅਤੇ ਇਮੀਗ੍ਰੇਸ਼ਨ ਦੇ ਹਮਾਇਤੀ ਇਸ ਨੂੰ ਕੇਵਲ ਸਰਹੱਦ ਤੇ ਸ਼ਰਨ ਮੰਗਣ ਵਾਲਿਆਂ ਨੂੰ ਸੁਰੱਖਿਆ ਸਥਾਨ ਪ੍ਰਦਾਨ ਕਰਨ ਤੋਂ ਬਚਣ ਨੂੰ ਅਮਰੀਕਾ ਵੱਲੋਂ ਆਪਣੇ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਪਿੱਛਾ ਛਡਾਉਣ ਤੋਂ ਜ਼ਿਆਦਾ ਕੁਝ ਨਹੀਂ ਮੰਨਦੇ।
ਕਾਮਿਆਂ ਦੀ ਕਿੱਲਤ ਨਾਲ ਜੂਝ ਰਹੀਆਂ ਕੰਪਨੀਆਂ ਨੂੰ ਵੱਡੀ ਰਾਹਤ ਦਿੰਦਿਆਂ ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਕਿਰਤੀ ਸੱਦਣ ਦੀਆਂ ਸ਼ਰਤਾਂ ਵਿੱਚ ਢਿੱਲ ਦੇ ਦਿੱਤੀ ਹੈ। ਸੋਮਵਾਰ ਨੂੰ ਕੀਤੇ ਐਲਾਨ ਮੁਤਾਬਕ EMPLOYEES ਨੂੰ ਘੱਟ ਉਜਰਤ ਵਾਲੀਆਂ ਨੌਕਰੀਆਂ ਵਾਸਤੇ ਵੀ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਅਤੇ ਉਹਨਾਂ ਖੇਤਰਾਂ ਨਾਲ ਸੰਬੰਧਿਤ ਕਾਮੇ ਵੀ ਮੰਗਵਾਏ ਜਾ ਸਕਣਗੇ ਜਿੱਥੇ ਬੇਰੁਜ਼ਗਾਰੀ ਦਰ ਬਹੁਤ ਜ਼ਿਆਦਾ ਰਹਿੰਦੀ ਹੈ। ਰੁਜ਼ਗਾਰ ਮੰਤਰੀ ਕਾਰਲਾ ਕੁਆਲਟਰੋ ਨੇ ਕਿਹਾ ਕਿ ਕਿਰਤੀਆਂ ਦੀ ਉਜਰਤ ਤੇ ਦਬਾਅ ਪਾਏ ਬਗੈਰ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਸੱਦਣ ਦਾ ਰਾਹ ਸੁਖਾਲਾ ਕੀਤਾ ਗਿਆ ਹੈ। ਟਰੂਡੋ ਸਰਕਾਰ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਬਾਅਦ ਫੈਡਰਲ ਬਜਟ ਪੇਸ਼ ਕੀਤਾ ਜਾਣਾ ਹੈ। ਰੁਜ਼ਗਾਰ ਮੰਤਰੀ ਨੇ ਇਸ ਗੱਲ ਦਾ ਕੋਈ ਜ਼ਿਕਰ ਨਾ ਕੀਤਾ ਕਿ ਭਵਿੱਖ ਦੀਆਂ ਕਿਰਤੀਆਂ ਜ਼ਰੂਰਤਾਂ ਬਾਰੇ ਬਜਟ ਵਿੱਚ ਕੋਈ ਖਾਸ ਤਜਵੀਜ਼ ਸ਼ਾਮਲ ਕੀਤੀ ਗਈ ਹੈ ਜਾਂ ਨਹੀਂ। ਕੈਨੇਡਾ ਮਗਰੋਂ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 2021 ਵਿੱਚ 12% ਤੋਂ ਵਾਧਾ ਹੋਇਆ ਹੈ ਜਦਕਿ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿੱਚ 8% ਤੋਂ ਵੀ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਸਰਕਾਰੀ ਰਿਪੋਰਟ 'ਚ ਮਿਲੀ ਹੈ। ਸਭ ਤੋਂ ਵੱਧ ਗਿਣਤੀ ਵਿੱਚ ਚੀਨੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਂਦੇ ਨੇ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਦੱਸਿਆ ਹੈ ਕਿ ਕੋਵਿਡ-19 ਮਹਾਮਾਰੀ 2021 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਮਰੀਕਾ ਵਿੱਚ ਦਾਖਲੇ ਨੂੰ ਪ੍ਰਭਾਵਿਤ ਕਰ ਰਹੀ ਹੈ। ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਇਨਫੋਰਮੇਸ਼ਨ ਸਿਸਟਮ ਦੇ ਸਰਗਰਮ F1M1 ਵਿਦਿਆਰਥੀਆਂ ਦੀ ਕੁੱਲ ਸੰਖਿਆ 2021 ਵਿੱਚ 12,36,748 ਰਹੀ ਜੋ ਕਿ 2020 ਦੇ ਮੁਕਾਬਲੇ 1.2% ਘੱਟ ਹੈ। F1 ਅਤੇ M1 ਦੋ ਗੈਰ ਪ੍ਰਵਾਸੀ ਵਿਦਿਆਰਥੀ ਵੀਜ਼ੇ ਨੇ। J1 ਇੱਕ ਗੈਰ ਪ੍ਰਵਾਸੀ ਵਿਦਿਆਰਥੀ ਵੀਜ਼ਾ ਵੀ ਹੈ ਪਰ ਜ਼ਿਆਦਾਤਰ ਖੋਜ ਪ੍ਰੋਗਰਾਮਾਂ ਲਈ ਦਿੱਤਾ ਜਾਂਦਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਏਸ਼ੀਆਈ ਦੇਸ਼ਾਂ ਵਿੱਚ ਚੀਨ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ 2 ਅਪ੍ਰੈਲ ਨੂੰ ਇਸ ਹਫ਼ਤੇ ਹੋਏ ਮੁਫਤ ਵਪਾਰ ਸਮਝੌਤੇ ਨੇ ਆਸਟ੍ਰੇਲੀਆ ਵਿੱਚ ਭਾਰਤੀ ਨਾਗਰਿਕਾਂ ਲਈ ਕੰਮ ਅਤੇ ਛੁੱਟੀਆਂ ਦੇ ਵੀਜ਼ਾ ਪ੍ਰਬੰਧਾਂ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕੀਤਾ ਹੈ। ਇਹ ਵੀਜ਼ਾ ਪ੍ਰੋਗਰਾਮ 2 ਸਾਲ ਦੇ ਅੰਦਰ ਲਾਗੂ ਹੋਏਗਾ ਅਤੇ ਹਰ ਸਾਲ 1000 ਭਾਰਤੀ ਨੌਜਵਾਨ 12 ਮਹੀਨਿਆਂ ਲਈ ਆਸਟ੍ਰੇਲੀਆ ਵਿੱਚ ਛੁੱਟੀਆਂ ਮਨਾਉਣ ਦੀ ਆਗਿਆ ਤਹਿਤ ਰਹਿ ਕੇ ਕੰਮ ਕਰ ਸਕਣਗੇ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਆਸਟ੍ਰੇਲੀਆਈ ਲੋਕਾਂ ਲਈ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥ ਵਿਵਸਥਾ ਵਿੱਚ ਇੱਕ ਵੱਡਾ ਦਰਵਾਜ਼ਾ ਹੈ। ਇਸ ਉਦਮ ਨਾਲ ਸਾਡੇ ਆਰਥਿਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਇੱਕ ਨਵੇਂ ਪੱਧਰ ਤੇ ਅੱਗੇ ਵਧਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ 2 ਤਰ੍ਹਾਂ ਦੇ ਕੰਮਕਾਜੀ ਛੁੱਟੀਆਂ ਦੇ ਪ੍ਰੋਗਰਾਮ ਨੇ, ਵਰਕਿੰਗ ਹੌਲੀਡੇਜ਼ ਵੀਜ਼ਾ ਤੇ ਵਰਕ ਐਂਡ ਹੌਲੀਡੇਜ਼ ਵੀਜ਼ਾ। ਵਰਕ ਐਂਡ ਹੌਲੀਡੇਜ਼ ਵੀਜ਼ਾ ਲਈ ਖਾਸ ਸਿੱਖਿਆ ਯੋਗਤਾਵਾਂ ਅਤੇ ਅੰਗਰੇਜ਼ੀ ਭਾਸ਼ਾ ਦੀ ਮਹਾਰਤ ਦੇ ਇੱਕ ਨਿਸ਼ਚਿਤ ਪੱਧਰ ਦੀ ਵੀ ਲੋੜ ਹੁੰਦੀ ਹੈ ਜਦੋਂ ਕਿ ਵਰਕਿੰਗ ਹੌਲੀਡੇ ਵੀਜ਼ਾ ਲਈ ਇਹਨਾਂ ਦੀ ਲੋੜ ਨਹੀਂ ਹੁੰਦੀ। ਭਾਰਤੀ ਨਾਗਰਿਕਾਂ ਲਈ ਮੌਜੂਦਾ ਐਲਾਨ ਵਰਕ ਅਤੇ ਹੌਲੀਡੇ ਵੀਜ਼ਾ ਸਬ ਕਲਾਸ 462 ਲਈ ਹੈ। ਕੈਨੇਡਾ ਦੀ ਵੱਡੀ ਹਵਾਈ ਕੰਪਨੀ 에ਅਰ ਕੈਨੇਡਾ ਨੇ ਵੈਨਕੂਵਰ ਅਤੇ ਦਿੱਲੀ ਵਿਚਕਾਰ 2 ਜੂਨ ਤੋਂ ਸਤੰਬਰ 2022 ਦੇ ਸ਼ੁਰੂ ਤੱਕ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ। ਇਸ ਦਾ ਮੁੱਖ ਕਾਰਨ ਰੂਸ-ਯੂਕਰੇਨ ਯੁੱਧ ਦੱਸਿਆ ਜਾ ਰਿਹਾ। ਕੰਪਨੀ ਦਾ ਕਹਿਣਾ ਹੈ ਕਿ ਰੂਸ ਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਕਾਰਨ ਇਸ ਨੂੰ ਹੋਰ ਰੂਟਾਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿੱਚ ਇਹਨਾਂ ਰੂਟਾਂ ਰਾਹੀਂ ਯਾਤਰਾ ਹੋਰ ਮੁਸ਼ਕਲ ਹੋ ਜਾਂਦੀ ਹੈ। ਇਸ ਲਈ 6 ਸਤੰਬਰ ਤੱਕ ਦਿੱਲੀ ਦੀਆਂ ਫਲਾਈਟਸ ਬੰਦ ਕੀਤੀਆਂ ਗਈਆਂ ਨੇ। ਜਿਹੜੇ ਮੁਸਾਫਰਾਂ ਨੇ ਇਸ ਅਰਸੇ ਦੌਰਾਨ 에ਅਰ ਕੈਨੇਡਾ ਦੀਆਂ ਟਿਕਟਾਂ ਬੁੱਕ ਕੀਤੀਆਂ ਨੇ ਉਹਨਾਂ ਦੀਆਂ ਬਦਲਵੀਂ 에ਅਰਲਾਈਨਸ ਰਾਹੀਂ ਸਫ਼ਰ ਦਾ ਪ੍ਰਬੰਧ 에ਅਰ ਕੈਨੇਡਾ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀਆਂ ਦਿੱਲੀ ਦੀਆਂ ਫਲਾਈਟਸ ਵੀ ਬੰਦੀ ਵੇਲੇ ਕੈਨੇਡਾ ਤੋਂ ਹਰ ਹਫ਼ਤੇ 11 ਫਲਾਈਟਸ ਭਾਰਤ ਤੱਕ ਆਉਣ ਜਾਣ ਦਾ ਸਿਲਸਿਲਾ ਜਾਰੀ ਰਹੇਗਾ। ਇੱਕ ਫਲਾਈਟ ਰੋਜ਼ਾਨਾ ਟੋਰਾਂਟੋ ਤੋਂ ਚੱਲਦੀ ਹੈ ਜਦੋਂ ਕਿ ਦੂਜੀ ਹਫ਼ਤੇ ਵਿੱਚ 4 ਦਿਨ ਮੌਂਟਰੀਅਲ ਤੋਂ ਚੱਲਦੀ ਹੈ। ਇਹ ਵੱਖਰੇ ਰੂਟ ਰਾਹੀਂ ਚੱਲਣ ਵਾਲੀਆਂ ਫਲਾਈਟਸ ਨੇ। ਭਾਰਤ ਨਾਲ ਮੁਕਤ ਵਪਾਰ ਸਮਝੌਤੇ ਵਿੱਚ ਯੋਗ ਸ਼ੈਫ ਤੇ ਵਰਕਿੰਗ ਵੀਜ਼ੇ ਦੀ ਆਗਿਆ ਤੋਂ ਬਾਅਦ ਆਸਟ੍ਰੇਲੀਆ ਭਾਰਤੀ ਫਾਰਮ ਸੈਕਟਰ ਨਾਲ ਜੁੜੇ ਵੀਜ਼ੇ ਲਈ ਵੀ ਆਪਣੇ ਦਰਵਾਜ਼ੇ ਖੋਲ੍ਹ ਸਕਦਾ ਹੈ। ਬੁੱਧਵਾਰ ਨੂੰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਡੇਨ ਟੇਹਨ ਨੇ ਇਸ ਗੱਲ ਤੇ ਸੰਕੇਤ ਦਿੱਤੇ। ਉੱਥੇ ਦੋਵਾਂ ਦੇਸ਼ਾਂ ਵਿਦਿਆਰਥੀ ਛੇਤੀ ਹੀ ਡੂਅਲ ਡਿਗਰੀ ਵਿਵਸਥਾ ਤਹਿਤ ਇੰਜੀਨੀਅਰਿੰਗ, ਮੈਡੀਕਲ ਤੇ ਹੋਰ ਸਿਲੇਬਸ ਦੀ ਪੜ੍ਹਾਈ ਕਰ ਸਕਣਗੇ। ਇਸ ਗੱਲ ਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਬਣ ਚੁੱਕੀ ਹੈ। ਜਲਦੀ ਹੀ ਭਾਰਤ ਤੇ ਆਸਟ੍ਰੇਲੀਆ ਦੇ ਮਨੁੱਖੀ ਵਸੀਲੇ ਮੰਤਰਾਲੇ ਨਾਲ ਮਿਲ ਕੇ ਡੂਅਲ ਡਿਗਰੀ ਵਿਵਸਥਾ ਨੂੰ ਅੰਤਮ ਰੂਪ ਦਿੱਤਾ ਜਾਏਗਾ। ਉੱਥੇ ਬੀਤੀ 2 ਅਪ੍ਰੈਲ ਨੂੰ ਹੋਏ ਮੁਕਤ ਵਪਾਰ ਸਮਝੌਤੇ ਤੋਂ ਉਤਸ਼ਾਹਿਤ ਭਾਰਤ ਤੇ ਆਸਟ੍ਰੇਲੀਆ ਹੁਣ ਸਾਲ 2030 ਤੱਕ ਆਪਣੇ ਵਪਾਰ ਨੂੰ $100 ਅਰਬ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਫਿਲਹਾਲ ਦੋਵਾਂ ਦੇਸ਼ਾਂ ਵਿਚਕਾਰ $27.5 ਅਰਬ ਦਾ ਕਾਰੋਬਾਰ ਹੁੰਦਾ ਹੈ।
ਬੁੱਧਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਦੇ ਵਪਾਰ ਮੰਡਲ ਦੀ ਬੈਠਕ ਵਿੱਚ ਟੇਹਨ ਨੇ ਕਿਹਾ ਕਿ ਉਹ ਸਰਵਿਸ ਸੈਕਟਰ ਵਿੱਚ ਭਾਰਤ ਦੇ ਯੋਗ ਤੇ ਸ਼ੈਫ ਤੋਂ ਇਲਾਵਾ ਹੋਰ ਸੈਕਟਰ ਲਈ ਵੀ ਆਸਟ੍ਰੇਲੀਆ ਦੇ ਦਰਵਾਜ਼ੇ ਖੋਲ੍ਹ ਸਕਦੇ ਨੇ। ਉਹਨਾਂ ਨੇ ਕਿਹਾ ਕਿ ਫਾਰਮ ਸੈਕਟਰ ਯਾਨੀ ਕਿ ਖੇਤੀਬਾੜੀ ਸੈਕਟਰ ਦੇ ਵਿਚਾਰ ਕੀਤਾ ਜਾ ਸਕਦਾ ਹੈ। ਭਾਰਤ ਆਸਟ੍ਰੇਲੀਆ ਤੇ ਖੇਤੀਬਾੜੀ ਸੈਕਟਰ ਦੀ ਵੀਜ਼ਾ ਆਗਿਆ ਦੇਣ ਦੇ ਲਈ ਲਗਾਤਾਰ ਦਬਾਅ ਬਣਾ ਰਿਹਾ। ਇਸ ਦਾ ਫਾਇਦਾ ਇਹ ਹੋਏਗਾ ਕਿ ਭਾਰਤ ਦੇ ਖੇਤੀ ਕਾਮਿਆਂ ਨੂੰ ਵੀ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਮੌਕਾ ਮਿਲ ਜਾਏਗਾ। ਆਸਟ੍ਰੇਲੀਆ 'ਚ ਖੇਤੀਬਾੜੀ ਕਰਨ ਲਈ ਕਾਮਿਆਂ ਦੀ ਭਾਰੀ ਕਮੀ ਹੈ ਤੇ ਹੁਣੇ ਜਿਹੇ ਆਸਟ੍ਰੇਲੀਆ ਨੇ ਖੇਤੀਬਾੜੀ ਸੈਕਟਰ 'ਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੀਅਤਨਾਮ ਨੂੰ ਫਾਰਮ ਵੀਜ਼ਾ ਦੇਣ ਦੀ ਆਗਿਆ ਦਿੱਤੀ ਹੈ। ਪੰਜਾਬੀਆਂ ਸਣੇ ਲੱਖਾਂ ਲੋਕ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਤਰਸ ਰਹੇ ਨੇ। ਪੀਆਰ ਮਿਲਣ ਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਮਿਲ ਰਿਹਾ। ਪਹਿਲਾਂ ਜਿਹੜੀ ਪ੍ਰਕਿਰਿਆ 'ਚ ਜਿੱਥੇ 2 ਤੋਂ 4 ਮਹੀਨੇ ਦਾ ਸਮਾਂ ਲੱਗਦਾ ਸੀ, ਉੱਥੇ ਹੁਣ 2-2 ਸਾਲ ਲੱਗ ਰਹੇ ਨੇ। ਕੈਨੇਡਾ 'ਚ ਕਈ ਸਾਲ ਬਿਤਾਉਣ ਤੇ ਪਰਮਨੈਂਟ ਰੈਜ਼ੀਡੈਂਸੀ ਮਿਲਣ ਤੋਂ ਬਾਅਦ ਵੀ ਲੱਖਾਂ ਲੋਕਾਂ ਨੂੰ ਦੇਸ਼ ਦੀ ਨਾਗਰਿਕਤਾ ਨਹੀਂ ਮਿਲੀ। ਦਰਅਸਲ ਕਰੋਨਾ ਮਹਾਮਾਰੀ ਤੋਂ ਲੈ ਕੇ ਦੁਨੀਆ ਭਰ ਵਿੱਚ ਕਈ ਰਿਫਿਊਜੀ ਸੰਕਟਾਂ ਤੱਕ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ 'ਚ ਕਾਫੀ ਜ਼ਿਆਦਾ ਬੈਕਲੌਗ ਇਕੱਠਾ ਹੋ ਗਿਆ ਹੈ। ਜਿੱਥੇ ਇੱਕ ਪਾਸੇ ਲੋਕ ਕੈਨੇਡਾ ਦੀ ਨਾਗਰਿਕਤਾ ਨੂੰ ਤਰਸ ਰਹੇ ਨੇ, ਉੱਥੇ ਦੂਜੇ ਪਾਸੇ 2022 ਦੇ ਬੀਤੇ 3 ਮਹੀਨਿਆਂ ਦੌਰਾਨ ਕੈਨੇਡਾ 'ਚ ਤਕਰੀਬਨ 1,08,000 ਵਿਦੇਸ਼ੀਆਂ ਨੂੰ ਪੱਕੇ ਤੌਰ ਤੇ ਵਸਣ ਦਾ ਮੌਕਾ ਵੀ ਮਿਲਿਆ। ਹਰੇਕ ਮਹੀਨੇ ਦੇਸ਼ ਵਿੱਚ 30 ਤੋਂ 35,000 ਦੇ ਕਰੀਬ ਵਿਦੇਸ਼ੀ ਪ੍ਰਵਾਸੀ ਪੱਕੇ ਵੀਜ਼ੇ ਨਾਲ ਸਥਾਪਿਤ ਹੋਣ ਲਈ ਕੈਨੇਡਾ ਜਾ ਰਹੇ ਨੇ, ਜਿਨ੍ਹਾਂ ਵਿੱਚ ਭਾਰਤ ਅਤੇ ਚੀਨ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾਂਦੀ ਹੈ। ਬੀਤੇ ਸਵਾ ਕੁ ਸਾਲ ਦੇ ਸਮੇਂ 'ਚ 2,10,000 ਵਿਦੇਸ਼ੀ ਨਾਗਰਿਕਾਂ ਵੱਲੋਂ ਕੈਨੇਡਾ ਦੀ ਨਾਗਰਿਕਤਾ ਹਾਸਲ ਕੀਤੇ ਜਾਣ ਦੀ ਖਬਰ ਹੈ। ਇਸੇ ਦੌਰਾਨ ਦੇਸ਼ ਭਰ 'ਚ ਕੀਤੇ ਗਏ ਇੱਕ ਤਾਜ਼ਾ ਲੇਜ਼ਰ ਸਰਵੇਖਣ ਅਨੁਸਾਰ ਆਰਥਿਕ ਅਤੇ ਰੋਜ਼ਗਾਰ ਦੇ ਹਾਲਾਤਾਂ ਤੋਂ ਸਥਾਨਕ ਨੌਜਵਾਨ ਪੀੜ੍ਹੀ ਦਾ ਕੈਨੇਡਾ ਤੋਂ ਭਰੋਸਾ ਖਤਮ ਹੋ ਰਿਹਾ ਅਤੇ ਉਹ ਆਪਣੇ ਭਵਿੱਖ ਬਾਰੇ ਚਿੰਤਤ ਨੇ। 18 ਤੋਂ 34 ਸਾਲ ਦੀ ਉਮਰ ਦੇ ਲਗਭਗ 30% ਕੈਨੇਡੀਅਨ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਵਾਸਾ ਕਰਨ ਦੇ ਇੱਛੁਕ ਨੇ, ਖਾਸ ਤੌਰ ਤੇ ਅਮਰੀਕਾ ਵਿੱਚ। ਇਹ ਵੀ ਕਿ ਯੂਨੀਵਰਸਿਟੀਆਂ ਤੋਂ ਆਪਣੀ ਪੜ੍ਹਾਈ ਖਤਮ ਕਰ ਚੁੱਕੇ 23% ਕੈਨੇਡਾ ਦੇ ਜੰਪਲ ਨੌਜਵਾਨ ਵੀ ਕੈਨੇਡਾ ਨੂੰ ਛੱਡ ਕੇ ਕਿਸੇ ਹੋਰ ਦੇਸ਼ 'ਚ ਆਪਣੀ ਜ਼ਿੰਦਗੀ ਸ਼ੁਰੂ ਕਰਨ ਨੂੰ ਪਹਿਲ ਦੇਣ ਲੱਗੇ ਨੇ। ਇਸ ਦੇ ਉਲਟ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ ਕੈਨੇਡਾ ਨੂੰ ਅਪਣਾ ਰਹੇ ਨੇ ਅਤੇ ਉੱਥੇ ਪੱਕੇ ਤੌਰ ਤੇ ਰਹਿਣਾ ਲਗਭਗ 72% ਪ੍ਰਵਾਸੀਆਂ ਦਾ ਮੰਨਣਾ ਹੈ ਕਿ ਕੈਨੇਡਾ ਦੀ ਮੁਦਰਾ ਦੇ ਲੋਕ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਨਹੀਂ ਸਮਝਦੇ। ਇਸ ਦੇ ਨਾਲ ਹੀ ਸਰਵੇ ਵਿੱਚ ਦੱਸਿਆ ਗਿਆ ਕਿ ਵਿਦੇਸ਼ਾਂ ਤੋਂ ਕੈਨੇਡਾ 'ਚ ਜਾ ਰਹੇ ਭਾਈਚਾਰਿਆਂ 'ਚ ਗੁਰਬਤ ਵੱਧ ਰਹੀ, ਜਿਸ ਵਿੱਚ ਚੀਨੀ ਮੂਲ ਦੇ ਤਕਰੀਬਨ 9.6%, ਭਾਰਤ ਸਮੇਤ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਤੋਂ 7.5% ਲੋਕ ਸ਼ਾਮਲ ਨੇ। ਲੁਧਿਆਣਾ ਨੇੜੇ ਹਲਵਾਰਾ ਵਿਖੇ ਬਣ ਰਿਹਾ ਹਵਾਈ ਅੱਡਾ ਮਾਰਚ 2023 ਤੱਕ ਤਿਆਰ ਹੋ ਜਾਏਗਾ ਅਤੇ ਨਵੀਂ ਦਿੱਲੀ ਨਾਲ ਸੰਪਰਕ ਸਥਾਪਿਤ ਹੋਣ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਲੋਕ ਸਭਾ ਨੂੰ ਦੱਸਿਆ ਕਿ ਆਧਾਰ ਕਾਰਡ ਰਾਹੀਂ ਦਾਖਲੇ ਨਾਲ ਮੁਸਾਫਰਾਂ ਦਾ ਕੀਮਤੀ ਸਮਾਂ ਬਚੇਗਾ। ਉਹਨਾਂ ਨੇ ਕਿਹਾ ਕਿ ਦਿੱਲੀ, ਪੁਣੇ, ਕੋਲਕਾਤਾ, ਵਿਜੇਵਾੜਾ, ਬੰਗਲੌਰ, ਵਾਰਾਣਸੀ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ਅੰਦਰ ਜਾਣ ਲਈ ਲੰਬੀਆਂ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ, ਪਰ ਜਲਦ ਹੀ ਆਧਾਰ ਕਾਰਡ ਵਾਲਾ ਬਾਇਓਮੈਟ੍ਰਿਕ ਸਿਸਟਮ ਉਡੀਕ ਸਮੇਂ ਵਿੱਚ ਕਟੌਤੀ ਕਰ ਦੇਗਾ। ਲੁਧਿਆਣਾ ਦੇ ਪੱਛਮ ਵੱਲ ਬਣ ਰਹੇ ਮੁਸਾਫਰ ਹਵਾਈ ਅੱਡੇ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ 2023 ਤੱਕ ਤਿਆਰ ਹੋਏਗਾ, ਜਿਸ ਨੂੰ ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਸਾਂਝੇ ਉਦਮ ਤਹਿਤ ਬਣਾਇਆ ਗਿਆ। ਕੈਨੇਡਾ ਸਰਕਾਰ ਨੇ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਬੇਹੱਦ ਸੁਖਾਲੀ ਕਰ ਦਿੱਤੀ ਹੈ। 31 ਮਾਰਚ ਤੋਂ ਇਹ ਨਿਯਮ ਲਾਗੂ ਹੋ ਚੁੱਕੇ ਨੇ। ਹੁਣ ਕਿਸੇ ਗਰੰਟਰ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਸਿਟੀਜ਼ਨਸ਼ਿਪ ਦਾ ਅਸਲ ਦਸਤਾਵੇਜ਼ ਦੇਣਾ ਹੈ। ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਮੌਜੂਦ ਕੈਨੇਡੀਅਨ ਵੀ ਆਪਣਾ ਪਾਸਪੋਰਟ ਰੀਨਿਊ ਕਰਵਾ ਸਕਦੇ ਨੇ, ਜੋ ਪਿਛਲੇ 15 ਸਾਲ ਦੌਰਾਨ ਜਾਰੀ ਕੀਤਾ ਗਿਆ ਪਰ ਕਿਸੇ ਕਾਰਨ ਮਿਆਦ ਲੰਘ ਗਈ। ਪਾਸਪੋਰਟ ਗੁੰਮ ਹੋਣ, ਚੋਰੀ ਹੋਣ ਜਾਂ ਨੁਕਸਾਨੇ ਜਾਣ ਦੀ ਸੂਰਤ ਵਿੱਚ ਵੀ ਨਵੀਂ ਪ੍ਰਕਿਰਿਆ ਲਾਗੂ ਹੋਏਗੀ। ਨਵੇਂ ਨਿਯਮ ਉਹਨਾਂ ਪ੍ਰਵਾਸੀਆਂ ਵਾਸਤੇ ਬੇਹੱਦ ਲਾਹੇਵੰਦ ਸਾਬਤ ਹੋਣਗੇ ਜਿਨ੍ਹਾਂ ਦੇ ਪਾਸਪੋਰਟ 1 ਸਾਲ ਜਾਂ ਇਸ ਤੋਂ ਵੱਧ ਸਮਾਂ ਪਹਿਲਾਂ ਐਕਸਪਾਇਰ ਹੋ ਗਏ। ਪੁਰਾਣੇ ਨਿਯਮਾਂ ਤਹਿਤ 1 ਸਾਲ ਤੋਂ ਵੱਧ ਸਮਾਂ ਪਹਿਲਾਂ ਐਕਸਪਾਇਰ ਹੋਏ ਪਾਸਪੋਰਟ ਰੀਨਿਊ ਨਹੀਂ ਕੀਤੇ ਜਾਂਦੇ ਸੀ। ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਕਾਲਜ ਮੁੜ ਖੋਲ੍ਹ ਦਿੱਤੇ ਗਏ ਨੇ। 3 ਕੈਨੇਡੀਅਨ ਕਾਲਜ, ਮੌਂਟਰੀਅਲ ਵਿੱਚ ਐਮ ਕਾਲਜ, ਸ਼ੈਰਬਰੂਕ ਵਿੱਚ CDE ਕਾਲਜ ਅਤੇ ਲਾਂਗਯੂਲ ਵਿੱਚ CCSQ ਕਾਲਜ ਮੁੜ ਖੁੱਲ੍ਹ ਗਏ ਨੇ। ਕਲਾਸਾਂ ਦੇ ਮੁੜ ਸ਼ੁਰੂ ਹੋਣ ਨਾਲ 2000 ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ, ਜਿਨ੍ਹਾਂ ਵਿੱਚੋਂ 1173 ਪੰਜਾਬ ਦੇ ਨੇ। ਹਾਲਾਂਕਿ ਹੋਰ 502 ਵਿਦਿਆਰਥੀ ਜੋ ਭਾਰਤ ਤੋਂ ਆਨਲਾਈਨ ਪੜ੍ਹ ਰਹੇ ਸਨ, ਉਹਨਾਂ ਨੂੰ ਅੱਧ ਵਿਚਾਲੇ ਛੱਡ ਦਿੱਤਾ ਗਿਆ ਕਿਉਂਕਿ ਉਹ ਅਜੇ ਵੀ ਆਪਣੇ ਰਿਫੰਡ ਦੀ ਉਡੀਕ ਕਰ ਰਹੇ ਨੇ। ਅਗਸਤ 2021 ਵਿੱਚ ਕੈਨੇਡੀਅਨ ਸਰਕਾਰ ਨੇ ਕੋਵਿਡ ਮਹਾਮਾਰੀ ਕਾਰਨ 502 ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜੋ ਆਨਲਾਈਨ ਕਲਾਸਾਂ ਜ਼ਰੀਏ
ਪੜ੍ਹ ਰਹੇ ਸਨ। ਉਹ ਬੇਸਬਰੀ ਨਾਲ ਕੈਨੇਡਾ ਵਿੱਚ ਸ਼ਿਫਟ ਹੋਣ ਲਈ ਕੈਂਪਸ ਵਿੱਚ ਸਿਖਲਾਈ ਦੀ ਉਡੀਕ ਕਰ ਰਹੇ ਸੀ, ਜਦੋਂ ਕਿ ਕੁਝ ਮਾਪਿਆਂ ਨੇ ਆਪਣੀ ਜ਼ਿੰਦਗੀ ਦੀ ਬਚਤ ਗੁਆ ਦਿੱਤੀ। ਬਾਕੀਆਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਰਜ਼ੇ ਲਏ ਸਨ। ਵਿਦਿਆਰਥੀਆਂ ਨੇ ਇਨਸਾਫ ਲੈਣ ਲਈ ਕਿਊਬਿਕ ਵਿੱਚ ਅਦਾਲਤ ਦਾ ਰੁਖ ਕੀਤਾ ਹੈ। ਇਹ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੇ ਪੂਰੇ ਹਫਤੇ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਉਸ ਸੰਬੰਧੀ ਜਾਣਕਾਰੀ ਲੈ ਕੇ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ।